Hi guys, this is Ashland and welcome to our channel. I'm bringing you a new video that is going to help you to clear your IELTS with 7 or more bands within very less time period. Take a notebook and enjoy this video now. To the channel, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਨਦਰ ਪੈਸੇਜ ਡਿਸਕਸ ਕਰਾਂਗੇ ਜਿਹੜਾ ਕਿ 29 ਸਤੰਬਰ 2022 ਨੂੰ ਰਿਪੋਰਟ ਹੋਇਆ ਹੈ ਇਨ IELTS ਐਗਜ਼ਾਮ। ਪੈਸੇਜ ਦਾ ਟਾਈਟਲ ਹੈ ਥਾਮਸ ਯੰਗ ਦ ਲਾਸਟ ਟਰੂ ਨੋ ਇਟ ਆਲ। पैसेज अपने आप दे विच बहुत ईजी सी, इट डजंट हैड वैरायटी ऑफ क्वेश्चनस। दो टाइप के क्वेश्चन सी सिर्फ जिहड़े कि हैगे आ ट्रू फॉल्स नॉट गिवन ते सिंपल साडे को क्वेश्चन ते उन्हां दे आंसर्स लिखण वास्ते। सो विदाउट एनी फर्दर अडू लेट्स बिगिन विद आवर टुडेज डिस्कशन। पहला क्वेश्चन है कि द लास्ट मैन हु न्यू एवरीथिंग हैज़ आल्सो बीन क्लेम्ड टू अदर पीपल। ਇਹਦਾ ਆਨਸਰ ਸਾਨੂੰ ਪਹਿਲਾ ਪੈਰਾਗ੍ਰਾਫ ਤੇ ਸੈਕਿੰਡ ਸੈਂਟੈਂਸ ਦੇ ਵਿੱਚ ਪੜਨ ਨੂੰ ਮਿਲਦਾ, ਜਿਹਦੇ ਵਿੱਚ ਗੱਲ ਕੀਤੀ ਗਈ ਹੈ ਇਨ ਐਨ ਐਂਬੀਸ਼ੀਅਸ ਨਿਊ ਬਾਇਓਗ੍ਰਾਫੀ ਐਂਡਰਿਊ ਰੋਬਿਨਸਨ ਆਰਗਿਊਜ਼ ਦੈਟ ਯੰਗ ਇਜ਼ ਅ ਗੁੱਡ ਕੰਟੈਂਡਰ ਫॉर द ਐਪੀਟਾ ਦ ਲਾਸਟ ਮੈਨ ਹੂ ਨਿਊ ਐਵਰੀਥਿੰਗ। ਸੋ ਇੱਥੇ ਪੜਨ ਤੇ ਸਾਨੂੰ ਆ ਚੀਜ਼ ਕਲੀਅਰ ਹੁੰਦੀ ਹੈ, ਐਪੀਟਾ ਜਿਹੜਾ ਵਰਡ ਹੈ ਉਹ ਸਿਨੋਨੀਅਮ ਹੈ ਵਰਡ ਟਾਈਟਲ ਲਈ, ਤੇ ਕੰਟੈਂਡਰ ਤੋਂ ਆ ਚੀਜ਼ ਸਾਨੂੰ ਕਲੀਅਰ ਹੁੰਦੀ ਹੈ ਕਿ ਥਾਮਸ ਯੰਗ ਤੋਂ ਇਲਾਵਾ ਵੀ ਹੋਰ ਲੋਕੀ ਸੀ ਜਿਹੜੇ ਕਿ ਇਸ ਟਾਈਟਲ ਨੂੰ ਕਲੇਮ ਕਰ ਸਕਦੇ ਸੀ ਐਂਡ ਹੈਂਸ ਪਹਿਲੇ ਦਾ ਆਨਸਰ ਟਰੂ ਬੰਦਾ। क्वेश्चन नंबर 2 ਦੇ ਵਿੱਚ ਗੱਲ ਕੀਤੀ ਗਈ ਜ਼ਿਆਦਾਤਰ ਜਿਹੜੇ all young articles were published in Encyclopedia Britannica। ਹੁਣ ਇਹਦੇ ਜਿਹੜਾ ਆਨਸਰ ਹੈਗਾ ਸਾਨੂੰ ਦੋ ਜਗ੍ਹਾ ਤੋਂ ਪੜ੍ਹ ਕੇ ਕਲੈਰੀਫਾਈ ਹੁੰਦਾ। ਪਹਿਲਾ ਹੈਗਾ ਕਿ ਆਪਾਂ ਪੈਰਾਗ੍ਰਾਫ ਫਸਟ ਦੀ ਫਸਟ ਸੈਂਟੈਂਸ ਪੜ੍ਹੀਏ, ਜਿਹਦੇ ਵਿੱਚ ਗੱਲ ਕੀਤੀ ਦੀ ਹੈ ਕਿ ਥਾਮਸ ਯੰਗ ਨੇ ਕੰਟਰੀਬਿਊਟ ਕੀਤੇ 63 ਆਰਟੀਕਲਸ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਾਸਤੇ, ਜਿਹਦੇ ਵਿੱਚੋਂ 46 ਉਹਦੀ ਬਾਇਓਗ੍ਰਾਫਿਕਲ ਐਂਟਰੀ ਸੀ। ਇਸ ਤੋਂ ਇਲਾਵਾ ਵੀ ਉਹਨੇ ਐਸੇਜ਼ ਲਿਖੇ ਬ੍ਰਿਜ ਦੇ ਉੱਤੇ, ਕ੍ਰੋਮੈਟਿਕਸ, ਇਜਿਪਟ ਲੈਂਗੁਏਜ ਤੇ ਟਾਈਡਸ ਦੇ ਉੱਤੇ। ਉਸ ਤੋਂ ਬਾਅਦ ਆਪਾਂ ਪੈਰਾਗ੍ਰਾਫ ਨੰਬਰ 2 ਦੇ ਫਸਟ ਸੈਂਟੈਂਸ ਦੇ ਵਿੱਚ ਪੜ੍ਹਦੇ ਹਾਂ, ਉੱਥੇ ਗੱਲ ਕੀਤੀ ਦੀ ਕਿ ਯੰਗ ਆਫ ਕੋਰਸ ਡਿਡ ਮੋਰ ਦੈਨ ਰਾਈਟ ਇਨਸਾਈਕਲੋਪੀਡੀਆ ਐਂਟਰੀਜ਼, ਕਿ ਉਹਨੇ ਇਨਸਾਈਕਲੋਪੀਡੀਆ ਐਂਟਰੀ ਤੋਂ ਇਲਾਵਾ ਵੀ ਹੋਰ ਕੰਮ ਕੀਤਾ। ਸੋ 10 ਆਨਸਰ ਸੈਕਿੰਡ ਦਾ ਬਣ ਗਿਆ ਫਾਲਸ। ਫਿਰ ਆਪਾਂ ਜੰਪ ਕਰਦੇ ਹਾਂ ਕੁਐਸਚਨ ਨੰਬਰ 3 ਤੇ, ਜਿੱਥੇ ਗੱਲ ਕੀਤੀ ਗਈ ਕਿ ਯੰਗ ਲਾਈਕ ਅਦਰਸ ਬਾਕੀਆਂ ਵਕਨ ਯੰਗ ਇੰਨਾ ਬ੍ਰਿਲੀਅੰਟ ਨਹੀਂ ਸੀ ਜਦੋਂ ਉਹ मतलब अपनी एज ही वॉज ग्रोइंग अप। अगेन ਇਹਦਾ आंसर ਸਾਨੂੰ ਪੈਰਾਗ੍ਰਾਫ ਨੰਬਰ 2 ਦੇ ਸੈਕਿੰਡ ਸੈਂਟੈਂਸ ਚੋਂ ਕਲੀਅਰ ਆਊਟ ਹੁੰਦਾ, ਜਿੱਥੇ ਗੱਲ ਕੀਤੀ ਗਈ ਹੈ ਕਿ ਉਹਨੇ ਆਪਣਾ ਪਹਿਲਾ ਪੇਪਰ ਰਾਇਲ ਸੁਸਾਇਟੀ ਨੂੰ ਲੰਡਨ ਦੇ ਵਿੱਚ ਦਿੱਤਾ ਜਦੋਂ ਉਹ 20 ਸਾਲ ਦਾ ਸੀ, ਤੇ 21 ਸਾਲ ਦੇ 21ਵੇਂ ਬਰਥਡੇ ਤੋਂ ਇੱਕ ਵੀਕ ਬਾਅਦ ਉਹਨੂੰ ਐਜ਼ ਅ ਫੈਲੋ ਅਪੋਇੰਟ ਕੀਤਾ ਗਿਆ। ਆ ਸਾਰੀ ਉਹਦੀ ਹਾਇਰ ਅਕੰਪਲਿਸ਼ਮੈਂਟ ਸੀ ਜਿਹੜੀਆਂ ਕਿ ਆ ਚੀਜ਼ ਦਰਸਾਉਂਦੀ ਹੈ ਕਿ ਦੈਟ ਹੀ ਵਾਜ਼ ਵੈਰੀ ਇੰਟੈਲੀਜੈਂਟ, ਹੀ ਵਾਜ਼ ਵੈਰੀ ਬ੍ਰਿਲੀਅੰਟ। ਬਟ ਕੁਐਸਚਨ ਦੇ ਵਿੱਚ ਗੱਲ ਕੀਤੀ ਗਈ ਕਿ ਹੀ ਵਾਜ਼ ਨਾਟ ਬ੍ਰਿਲੀਅੰਟ ਐਂਡ 10 ਆਨਸਰ ਸਾਡੇ ਕੋਲ ਇਹਦਾ ਵੀ ਫਾਲਸ ਬਣ ਗਿਆ। ਫਿਰ ਆਪਾਂ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 4 ਤੇ, ਜਿੱਥੇ ਗੱਲ ਕੀਤੀ ਗਈ ਹੈ ਕਿ ਯੰਗ ਦਾ ਜਿਹੜਾ ਟੈਲੈਂਟ ਸੀ ਡਾਕਟਰ ਦਾ, ਉਹ ਉਹਦੇ ਬਾਕੀ ਸਕਿੱਲਸ ਨਾਲੋਂ ਅੱਗੇ ਸੀ, ਸਰਪਾਸ ਕਰਦਾ ਸੀ, ਸਬਜੂਗੇਟ ਕਰਦਾ ਸੀ। ਬਟ ਆਪਾਂ ਥਰੂ ਆਊਟ ਅਗਰ ਆਪਾਂ ਪੂਰਾ ਪੈਸੇਜ ਪੜ੍ਹੀਏ ਸਾਨੂੰ ਆਹ ਚੀਜ਼ ਕਲੈਰੀਫਾਈ ਨਹੀਂ ਹੁੰਦੀ, ਬਿਕੋਜ਼ ਕਿਤੇ ਵੀ ਪੈਸੇਜ ਦੇ ਵਿੱਚ ਉਹਦਾ ਕੰਪੈਰੀਜ਼ਨ ਨਹੀਂ ਕੀਤਾ ਗਿਆ ਡਾਕਟਰ ਸਕਿੱਲਸ ਦਾ ਤੇ ਅਦਰ ਟੈਲੈਂਟਸ ਦਾ। ਸੋ 10 ਆਨਸਰ ਬਣ ਗਿਆ ਨਾਟ ਗਿਵਨ। ਇਸ ਤੋਂ ਅੱਗੇ ਕੁਐਸਚਨ ਨੰਬਰ 5 ਦੀ ਗੱਲ ਕਰੀਏ। ਕੁਐਸਚਨ ਨੰਬਰ 5 ਆ ਕਹਿੰਦਾ ਪਿਆ ਕਿ ਯੰਗਸ ਦੀ ਐਡਵਾਈਸ ਵਾਸ ਸੌਟ ਬਾਈ ਪੀਪਲ, ਮਤਲਬ ਉਹ ਬਾਕੀ ਲੋਕ ਉਹਦੇ ਤੇ ਵਿਚਾਰ ਕਰਦੇ ਸੀ, ਉਹਨੂੰ ਕੰਸੀਡਰ ਕਰਦੇ ਸੀ। ਕਿਹੜੇ ਪੀਪਲ? ਜਿਹੜੇ ਕਿ ਰਿਸਪੌਂਸਿਬਲ ਸੀ ਲੋਕਲ ਤੇ ਨੈਸ਼ਨਲ ਇਸ਼ੂਜ਼ ਨੂੰ ਲੈ ਕੇ। ਇਹਦਾ ਆਨਸਰ ਸਾਨੂੰ ਪੈਰਾਗ੍ਰਾਫ ਨੰਬਰ 5 ਦੇ ਵਿੱਚ ਸੈਂਟੈਂਸ ਨੰਬਰ 4 ਤੇ ਆ ਕੇ ਕਲੀਅਰ ਹੁੰਦਾ, ਜਿੱਥੇ ਗੱਲ ਕੀਤੀ ਗਈ ਕਿ ਉਹਦੀ ਓਪੀਨੀਅਨ ਵਰ ਸੌਟ ਔਨ ਸਿਵਿਕ ਐਂਡ ਨੈਸ਼ਨਲ ਮੈਟਰਸ, ਮਤਲਬ ਉਹਦੇ ਵਿਚਾਰ ਜਿਹੜੇ ਹੈਗੇ ਸੀ ਉਹਨੂੰ ਕੰਸੀਡਰ ਕੀਤਾ ਜਾਂਦਾ ਸੀ। ਸਿਵਿਕ ਦਾ ਮਤਲਬ ਕੀ ਹੈ? ਲੋਕਲ ਇਸ਼ੂਜ਼ ਤੇ ਨੈਸ਼ਨਲ ਮੈਟਰਸ ਨੂੰ ਲੈ ਕੇ। ਸੋ 10 ਆਨਸਰ ਇਹਦਾ ਵੀ ਬਣ ਗਿਆ ਟਰੂ। ਫਿਰ ਕੁਐਸਚਨ ਨੰਬਰ 6 ਦੀ ਗੱਲ ਕਰੀਏ, ਉਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਯੰਗ ਨੇ ਡਿਫਰੈਂਟ ਸੋਸ਼ਲ ਪਾਸ ਟਾਈਮ ਇਜ਼ ਲੈਜਰ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲਿਆ। ਇਹਦਾ ਆਨਸਰ ਸਾਡੇ ਕੋਲ ਪੈਰਾਗ੍ਰਾਫ ਨੰਬਰ ਸੈਕਿੰਡ ਲਾਸਟ ਸੈਂਟੈਂਸ ਜਿਹੜਾ ਹੈਗਾ, ਜਿਹਦੇ ਵਿੱਚ ਗੱਲ ਆ ਕੀਤੀ ਗਈ ਹੈ ਕਿ ਯੰਗ ਵਾਜ਼ ਇੰਟਰੋਡਿਊਸਡ ਇਨਟੂ ਐਨ ਇਲੀਟ ਸੋਸਾਇਟੀ, ਜਿੱਥੇ ਕਿ ਉਹਨੇ ਅਟੈਂਡ ਕੀਤਾ ਥੀਏਟਰ, ਉਹਨੇ ਲਰਨ ਕੀਤਾ ਡਾਂਸ ਤੇ ਉਹਨੇ ਪਲੇ ਕੀਤੀ ਫਲੂਟ। ਸੋ ਤਿੰਨੋਂ ਐਗਜ਼ਾਮਪਲਸ ਹੈ ਲੈਜਰ ਐਕਟੀਵਿਟੀਜ਼ ਦੀਆਂ, ਤੇ ਦੱਸਿਆ ਗਿਆ ਕਿ ਯੰਗ ਨੇ ਉਹਦੇ ਵਿੱਚ ਹਿੱਸਾ ਲਿਆ, ਸੇ ਆਨਸਰ ਬਣ ਗਿਆ ਟਰੂ। ਫਾਈਨਲੀ ਕੁਐਸਚਨ ਨੰਬਰ 7, ਜਿਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਯੰਗ ਫਰੋਮ ਅ ਡਿਸੀਜ਼ ਸਫਰ ਕੀਤਾ ਇਨ ਹਿਜ਼ ਲੇਟਰ ਈਅਰ, ਮਤਲਬ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਦੇ ਵਿੱਚ ਉਹ ਇੱਕ ਡਿਸੀਜ਼ ਦੇ ਨਾਲ ਉਹਦਾ ਸਾਹਮਣਾ ਹੋਇਆ, ਜਿਹਦੀ ਵੀ ਕਿਤੇ ਵੀ ਪੈਸੇਜ ਦੇ ਵਿੱਚ ਗੱਲ ਨਹੀਂ ਕੀਤੀ ਗਈ
एंड दस आंसर बन गया नॉट गिवन। सो आ साडे हैगे सी 1 ਤੋਂ ਲੈ ਕੇ 7 तक ट्रू फॉल्स नॉट गिवन दे क्वेश्चन आंसर ਜਿਹੜੇ कि इन इटसेल्फ बहुत ईजी स्ट्रेट फॉरवर्ड, कोई कॉम्प्लीकेशनस नहीं, कोई ज़्यादा घुमाने की कोशिश नहीं की गई, स्ट्रेट ऑर्डरली सानू दिते गए। इस तो बाद क्वेश्चन नंबर 8 to 13 आप देखांगे जिहदे विच सानू क्लैरीफाई होंदा है कि सानू डिफरेंट क्वेश्चन पूछे गए हैं तो उहदे आंसर्स है। पहला क्वेश्चन है कि हाउ मैनी लाइफ स्टोरीज डिड यंग राइट फॉर द इनसाइक्लोपीडिया ब्रिटानिका। सो ਇਹਦਾ ਆਂਸਰ जब ਆਪਾਂ ਜਦੋਂ ਉਹ ਕਰ ਰਹੇ ਸੀ ਟਰੂ ਫਾਲਸ ਨਾਟ ਗਿਵਨ ਤਾਂ ਸਾਨੂੰ ਉੱਥੋਂ ਹੀ ਕਲੀਅਰ ਹੁੰਦਾ ਪਿਆ ਸੀ ਕਿ ਜਿਹਦੇ ਵਿੱਚ ਗੱਲ ਕੀਤੀ ਸੀ, ਕੁਐਸਚਨ ਨੂੰ ਨਾ ਪੁੱਛਦਾ ਪਿਆ ਕਿ ਇਨਸਾਈਕਲੋਪੀਡੀਆ ਬ੍ਰਿਟਾਨੀਆ ਦੇ ਵਿੱਚ ਯੰਗ ਨੇ ਆਪਣੀ ਕਿੰਨੀ ਲਾਈਫ ਸਟੋਰੀਜ਼ ਲਿਖੀਆਂ। तो ਪਹਿਲਾ ਪੈਰਾਗ੍ਰਾਫ ਜਿਹਦੇ ਵਿੱਚ ਗੱਲ ਕੀਤੀ ਗਈ ਕਿ ਉਹਨੇ ਓਵਰਆਲ 63 ਆਰਟੀਕਲਸ ਲਿਖੇ ਜਿਹਦੇ ਵਿੱਚੋਂ 46 ਬਾਇਓਗ੍ਰਾਫਿਕਲ ਐਂਟਰੀਜ਼ ਸੀ। मतलब बायोग्राफिकल एंट्री मीनस लाइफ स्टोरीज एंड 10 आंसर क्या बन गया 46। फिर उस तो आप अगे चलते हैं जिहदे विच क्वेश्चन आया कि साइंटिफिक रिसर्च का किहड़ा फीचर सी जिहदे उत्ते यंग ने फोकस किया अपने पहले पेपर ते। पैराग्राफ नंबर 2 दे विच फर्स्ट पेपर की गल की गई जिहदे विच दस्सिया गया कि उन्हें रॉयल सोसाइटी ऑफ लंडन दे विच अपना पहला पेपर एट द एज ऑफ 20 सबमिट किया। इस तो जिहड़ा अगला सेंटेंस है पैराग्राफ नंबर 2 दे सैकेंड सेंटेंस दे विच थर्ड सेंटेंस दे विच सॉरी आ गल की गई कि इन द पेपर यंग एक्सप्लेन द प्रोसैस ऑफ अकोमोडेशन इन दी ह्यूमन आई। सो आंसर साडे को की बनना चाहिए अकोमोडेशन इन दी ह्यूमन आई, बट साडे को इत्थे इंस्ट्रक्शन नो मोर दैन 3 वर्ड है तां करके आपां आर्टिकल ते प्रपोजिशन नूं रिमूव करते हुए आंसर नूं लिखांगे ह्यूमन आई अकोमोडेशन। इस तो अगे आपां चलते हैं जिहदे विच सानूं क्वेश्चन नंबर 10 दे विच आ पुछया गया कि यंग ने एक ग्रुप ऑफ लैंग्वेजेस नूं की नाम दिता। सो आ सानूं क्लीयर हुंदा है जो आप पढ़ते हैं पैराग्राफ नंबर 3 दे सैकेंड लास्ट सेंटेंस दे विच। सो इहदे विच गल की गई इन अनदर एंट्री ही क्वाइंड द टर्म इंडो यूरोपियन टू डिस्क्राइब द फैमिली ऑफ लैंग्वेजेस स्पोकन थ्रू आउट मोस्ट ऑफ द यूरोप एंड नॉर्दर्न इंडिया। सो फैमिली ऑफ लैंग्वेज का मतलब ग्रुप ऑफ लैंग्वेजेस। ही क्वाइंड द टर्म मतलब उन्हें एक नेम दिता, नेम की सी इंडो यूरोपियन। सो आंसर क्या बन गया इंडो यूरोपियन। दैन सर को क्वेश्चन नंबर 11 जिहदे विच पूछा गया कि यंग नूं इंस्पायर करन वाला कौन सी कि वो अपनी मैडिकल स्टडीज स्टार्ट करे। इसका आंसर साडे को आंदा है पैराग्राफ नंबर 4 ते सेंटेंस नंबर 3 दे विच जिथे गल की गई स्कूल लीव करन तो बाद वो इनकरेज किया गया बाय हिज मदर्स अंकल जिन्हां दा नाम सी रिचर्ड ब्रॉकलेस्बी जिहड़े कि एक फिजिशियन सी ते फैलो सी रॉयल सोसाइटी दे विच। सो आंसर बन गया रिचर्ड ब्रॉकलेस्बी। फाइनली क्वेश्चन नंबर 12 ते क्वेश्चन नंबर 13 दोवां दा आंसर पैराग्राफ नंबर 5 दे विच है। क्वेश्चनस मैं पढ़ दांगा। क्वेश्चनस आया कि वेयर डिड यंग गेट अ टीचिंग पोजीशन, यंग नूं एक टीचिंग पोजीशन कित्थे मिली। सो सैकेंड सेंटेंस पढ़ते हैं, वो लिखा गया इन 1801 उन्होंने अपॉइंट किया गया एज अ प्रोफैसर कित्थे एट द रॉयल इंस्टीट्यूशन। सो 12वें का आंसर बन गया रॉयल इंस्टीट्यूशन। तो 13 दे विच उहदे विच पूछा गया कि उन्हें की कॉन्ट्रीब्यूशन की लंडन वास्ते जिहदा कि सानूं उत्थे पता लगता कि उहदी ओपीनियन नूं कंसीडर करते सी लोकल ते नैशनल मैटर्स दे विच। सच एज अगे एग्जाम्पल सानूं दित्ती गई इंट्रोडक्शन ऑफ गैस लाइटनिंग टू लंडन। सो लंडन दे विच उन्हें किहड़े मैटर दे विच उन्हें क्या चीज़ कॉन्ट्रीब्यूट की गैस लाइटनिंग उन्हें उहदे वास्ते कॉन्ट्रीब्यूट किया। तो आ साढ़े को 13 का आंसर बन गया। सो इसी तरीके ना साडा पैसेज पूरा कंप्लीट आउट हो जाता है। आई गैस लास्ट पैराग्राफ है इस पैसेज का जिहदे विच कोई भी आंसर नहीं है, वो एक तरीके ना समरी सानूं दित्ती गई है उसकी लाइफ की। तो इसी तरीके ना साडा पैसेज कंप्लीट एज यू सी बहुत टिपिकल नहीं सी, क्वाइट ईजी, लैंग्वेज बहुत ईजी सी इस पैराग्राफ की। एंड आई एम गैसिंग कि जिहड़े नवंबर दे विच एग्जाम आने हैं उन्हां च भी एक एग्जाम कोई ना कोई विल हैव रिपीटिड रीडिंग्स फ्रॉम द रीसेंट वॉल्यूम। सो इसी दे नाल अज दी वीडियो मैं ख़त्म करांगा। आई होप कि तुहानूं समझ लग्या होएगा जो मैं समझाने की कोशिश की, बट फिर भी अगर कोई डाउट है तुहानूं, अगर तुहानूं लगता है कि मैं कुछ गलत समझाया, फील फ्री टू कमेंट एंड आई विल रिस्पेक्ट दैट। बाकी शेयर करो वीडियो, लाइक करो एंड टेल योर फ्रेंड्स अबाउट इट। कीप पोस्टेड फॉर द न्यू अपडेट्स। बाय बाय। Thank you guys for watching this video. I'm pretty much sure you found this video very useful. Please drop a like, write a comment about it and subscribe to our channel for new updates. Keep posted. Until then, peace out.